हाँ जी बेटा, in our last video we have discussed about the suppliers of money in India, in which we have learned commercial banks also supply money in the economy, but he has not the authority of issue any note or coin, yet he is called the important money supplier in India. Today we are going to discuss about that process which helps the commercial bank to create credit in the economy. This is called credit creation by commercial bank. Let us discuss about that. Following observation explain the process of money creation. The first one is bank receive cash deposit from the people. These are called primary deposit. बैंक से बेटा जो इनिशियली लोगों तो डिपॉजिट ਨੂੰ ਐਕਸੈਪਟ ਕਰਦੀਆਂ ਨੇ ਉਹਨੂੰ ਆਪਾਂ ਪ੍ਰਾਇਮਰੀ ਡਿਪੋਜ਼ਿਟ ਕਹਿੰਦੇ ਆ। एंड बैंक लैंड मनी मैनी टाइम्स मोर दैन देयर कैश रिजर्व। बेटा बैंक्स को जिन्ना भी पैसा जमा हुंदा ਉਹ ਤੋਂ ਕਿੰਨੇ ਜ਼ਿਆਦਾ ਪੈਸਾ ਕਈ ਗੁਣਾ ਜ਼ਿਆਦਾ ਪੈਸਾ ਇਕੋਨਮੀ ਦੇ ਵਿੱਚ ਲੈਂਡ ਕਰ ਸਕਦੀਆਂ ਨੇ। ਮਨੀ ਇਜ਼ ਲੈਂਟ ਬਾਏ ਕਮਰਸ਼ੀਅਲ ਬੈਂਕਸ ਨੋਟ ਇਨ ਦਾ ਫਾਰਮ ਆਫ ਕੈਸ਼। ਸਾਡੀ ਅਜ਼ੰਪਸ਼ਨ ਇਹ ਹੈ ਕਿ ਉਹ ਕੈਸ਼ ਫਾਰਮ 'ਚ ਨਹੀਂ ਦਿੰਦੀਆਂ, ਬਟ ਇਨ ਦਾ ਫਾਰਮ ਆਫ ਕ੍ਰੈਡਿਟ ਐਂਟਰੀ। ਉਹ ਜੋ ਬੋਰਰਸ ਨੇ ਉਹਨਾਂ ਦੇ ਨਾਮ ਦਾ ਇੱਕ ਅਕਾਊਂਟ ਖੋਲ ਦਿੰਦੀਆਂ ਨੇ, ਉਹ 'ਚੋਂ ਪੈਸਾ ਭੇਜਦੀਆਂ ਨੇ ਇਨ ਦਾ ਅਕਾਊਂਟ ਆਫ ਦਾ ਬੋਰਰਸ। ਦੀਜ਼ ਕ੍ਰੈਡਿਟ ਐਂਟਰੀਜ਼ ਆਰ ਨੋਨ ਐਜ਼ ਸੈਕੰਡਰੀ ਡਿਪੋਜ਼ਿਟ। ਜੋ ਇਹ ਪੈਸਾ ਬੇਟਾ ਜਮ੍ਹਾਂ ਹੁੰਦਾ ਉਹਨੂੰ ਸੈਕੰਡਰੀ ਡਿਪੋਜ਼ਿਟ ਕਿਹਾ ਜਾਂਦਾ। ਦ ਬੋਰਰਸ ਕੈਨ ਇਸ਼ੂ ਚੈੱਕ ਅਗੇਂਸਟ ਕ੍ਰੈਡਿਟ ਇਨ ਦੇਅਰ ਅਕਾਊਂਟ। ਦ ਚੈਕਸ ਸਰਕੂਲੇਟ ਇਨ ਦ ਇਕੋਨਮੀ ਐਜ਼ ਮਨੀ। ਬੋਰਰਸ ਜੋ ਉਹਨਾਂ ਦੇ ਅਕਾਊਂਟ 'ਚ ਪੈਸਾ ਟ੍ਰਾਂਸਫਰ ਹੋਇਆ, ਜੋ ਕ੍ਰੈਡਿਟ ਐਂਟਰੀ ਮਿਲੀ ਆ, ਉਹਦੇ ਅਗੇਂਸਟ ਚੈੱਕ ਕੱਟ ਕੇ ਕਿਸੇ ਨੂੰ ਵੀ ਦੇ ਸਕਦੀਆਂ ਨੇ ਤੇ ਇਹ ਚੈੱਕ ਐਜ਼ ਬੈਂਕ ਮਨੀ ਇਕੋਨਮੀ 'ਚ ਸਰਕੂਲੇਟ ਹੁੰਦੇ। ਦ ਡਿਮਾਂਡ ਡਿਪੋਜ਼ਿਟ ਵਿਦ ਦ ਬੋਰਰਸ, ਦ ਡਿਮਾਂਡ ਡਿਪੋਜ਼ਿਟ ਵਿਦ ਦ ਬੈਂਕਸ ਆਰ ਮੈਨੀ ਟਾਈਮਸ ਮੋਰ ਦੈਨ ਦ ਕੈਸ਼ ਰਿਜ਼ਰਵ ਆਫ ਦ ਕਮਰਸ਼ੀਅਲ ਬੈਂਕ। ਇਹ ਆਪਾਂ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ ਵੀ ਜੋ ਡਿਮਾਂਡ ਡਿਪੋਜ਼ਿਟ ਬੈਂਕਸ ਦੇ ਵਿੱਚ ਆਉਂਦੇ ਨੇ ਉਹ ਕਿਤੇ ਜ਼ਿਆਦਾ ਵੱਧ ਹੁੰਦੇ ਨੇ ਜਿੰਨਾ ਬੈਂਕਾਂ ਕੋਲ ਕੈਸ਼। ਨਾਓ ਵੀ ਵਿਲ ਡਿਸਕਸ ਦਿਸ ਮੈਟਰ ਵਿਦ ਦ ਹੈਲਪ ਆਫ ਨਿਊਮੈਰੀਕਲ ਐਗਜ਼ਾਮਪਲ। ਸਾਡੀ ਇਲਸਟ੍ਰੇਸ਼ਨ 'ਚ ਬੇਟਾ ਦੋ ਅਜ਼ੰਪਸ਼ਨਸ ਆਪਾਂ ਲੈ ਕੇ ਚੱਲਣੀਆਂ ਨੇ। ਦ ਫਸਟ ਵਨ ਇਜ਼ ਦੇਅਰ ਇਜ਼ ਓਨਲੀ ਵਨ ਬੈਂਕਿੰਗ ਸਿਸਟਮ in the economy and initially the bank received deposit of 1000। ਵੀ ਸਾਡੇ ਕੋਲੇ ਜਿੰਨੀਆਂ ਵੀ ਬੈਂਕਸ ਨੇ, ਬੈਂਕ ABC, ਚਾਹੇ OBC ਆ, ਚਾਹੇ ਕੋਈ ਵੀ ਬੈਂਕ PNB ਆ, ਚਾਹੇ ਪੰਜਾਬ ਐਂਡ ਸਿੰਧ ਬੈਂਕ ਆ, ਆਪਾਂ ਲੈ ਕੇ ਚੱਲਣਾ ਵੀ ਇੱਕੋ ਹੀ ਬੈਂਕ ਆ। ਜਿੰਨੇ ਵੀ ਲੋਕ ਜਮ੍ਹਾਂ ਕਰਾਉਂਦੇ ਨੇ ਸਾਰਾ ਪੈਸਾ ਇੱਕ ਹੀ ਇੰਸਟੀਟਿਊਸ਼ਨ ਕੋਲ ਆ ਰਿਹਾ ਆ। CRR ਕਿੰਨੀ ਹੈ ਬੇਟਾ? 10%। ਨਾਓ ਵਾਟ ਇਜ਼ CRR? CRR ਬੇਟਾ ਕੈਸ਼ ਰਿਜ਼ਰਵ ਰੇਸ਼ੋ ਵਿਚ ਇਜ਼ ਫਿਕਸਡ ਬਾय ਦ RBI। ਕਮਰਸ਼ੀਅਲ ਬੈਂਕਸ ਨੇ ਆਪਣੇ ਟੋਟਲ ਜਮ੍ਹਾਂ ਦਾ ਕੁਝ ਪੈਸਾ ਰਿਜ਼ਰਵ ਰੱਖ ਕੇ ਬਾਕੀ ਪੈਸਾ ਲੈਂਡ ਕਰਨਾ ਹੁੰਦਾ ਆ। ਸਾਡੀ ਐਗਜ਼ਾਮਪਲ 'ਚ ਆਪਾਂ ਕਹਿੰਦੇ ਆ ਵੀ ਜਿੰਨਾ ਵੀ ਕਮਰਸ਼ੀਅਲ ਬੈਂਕਸ ਕੋਲ ਜਮ੍ਹਾਂ ਹੋ ਰਿਹਾ ਆ ਉਹਦਾ 10% ਬੈਂਕਸ ਆਪਣੇ ਕੋਲ ਐਜ਼ ਅ ਰਿਜ਼ਰਵ ਰੱਖਣਗੀਆਂ, ਬਾਕੀ ਦੇ ਆਰ ਅਲਾਉਡ ਟੂ ਗਿਵ ਦ ਲੋਨਸ ਟੂ ਦ ਪੀਪਲ। ਫਾਈਨ। ਨਾਓ ਵੀ ਵਿਲ ਸਟਾਰਟ ਵਿਦ ਐਨ ਐਗਜ਼ਾਮਪਲ। ਫਸਟ ਰਾਊਂਡ 'ਚ ਇਹ ਲੈ ਕੇ ਚੱਲੋ ਕਿ 1000 ਬੈਂਕਸ ਕੋਲ ਜਮ੍ਹਾਂ ਹੋਇਆ। ABC ਕੋਈ 3 ਪਰਸਨਸ ਨੇ ਜਿਨ੍ਹਾਂ ਨੇ 1000 ਬੈਂਕ ਦੇ ਵਿੱਚ ਜਮ੍ਹਾਂ ਕਰਾਇਆ, ਟੋਟਲ 1000। ਉਹਦਾ ਬੇਟਾ 10% ਆਫ 1000, 10 upon 100 into 1000 मीन्स 100 रुपया कैश रिजर्व रखा जाऊगा, बाकी 900 रुपया बैंक्स लैंड कर देंगे। हुण अपनी असम्पशन की है कि यह कैश इकॉनमी नहीं है, कैशलैस इकॉनमी आ। ये 900 रुपया जिहड़ा
ਲੋਨ ਲਿਆ ਕਿਸੇ ਪਰਸਨ ਨੇ, ਮੰਨ ਲਓ ਉਹਨੇ ਘਰ ਬਣਾਉਣਾ ਤਾਂ ਉਹਨੇ 900 ਰੁਪਏ ਦੀ ਪਰਚੇਜ਼ਿੰਗ ਕਰ ਦੇਣੀ ਹੈ ਚੈੱਕ ਕੱਟ ਕੇ, ਚੈੱਕ ਦੇ ਕੇ ਮੰਨ ਲਓ ਉਹਨੇ ਬ੍ਰਿਕਸ ਲੈ ਲਈਆਂ, ਸੀਮੈਂਟ ਲੈ ਲਿਆ ਚੈੱਕ ਦੇ ਕੇ। ਉਹੀ ਬੇਟਾ ਜਿਹੜੇ ਚੈੱਕਸ ਨੇ ਉਹ ਕਿਸੇ ਵੀ ਬੈਂਕ ਦੇ ਅਗੇਂਸਟ ਕੱਟੇ ਗਏ ਹੋਣਗੇ ਤਾਂ ਉਹ ਦੁਬਾਰਾ ਬੈਂਕਸ 'ਚ ਆ ਜਾਂਦੇ ਨੇ 900 ਰੁਪੀਸ। ਕੋਈ ਵੀ ABC ਪਰਸਨ ਆ ਜਿਹਦੇ ਕੋਲ ਅਮਾਊਂਟ ਆਈ ਉਹ ਦੁਬਾਰਾ ਬੈਂਕਸ ਕੋਲ ਆ ਗਈ 900 ਬੇਟਾ ਸੈਕੰਡਰੀ ਡਿਪੋਜ਼ਿਟ ਆ, ਜਿਹਨੂੰ ਆਪਾਂ ਸੈਕੰਡਰੀ ਡਿਪੋਜ਼ਿਟ ਦਾ ਨਾਮ ਦਿੰਦੇ ਆ। ਹੁਣ ਬੈਂਕਸ ਬੇਟਾ ਲਾਇਬਲ ਹੋ ਗਿਆ 1000 ਬੰਦੇ ਜੋ 1000 ਰੁਪਈਆ ਬੈਂਕ 'ਚ ਉਹਨਾਂ 3 ਪਰਸਨ ਦੇ ਵੀ ਲਾਇਬਲ ਆ ਵੀ ਉਹ ਉਹਨਾਂ ਨੂੰ ਦਊਗਾ ਪੈਸਾ। ਜਿਨ੍ਹਾਂ ਨੇ 900 ਦਾ ਕਲੇਮ ਕੀਤਾ ਬੈਂਕਸ ਉਹਦੇ ਲਈ ਵੀ ਲਾਇਬਲ ਨੇ। ਹੁਣ 900 ਦਾ 10% 90 ਰੱਖ ਕੇ ਜੋ ਬੈਂਕਸ ਨੇ ਉਹ 810 ਅਗੇਨ ਲੋਨ ਦੇਣਗੀਆਂ ਤੇ ਇਹ ਜੋ ਬੈਂਕ ਮਨੀ ਆ ਉਹ ਫਿਰ ਸਰਕੂਲੇਟ ਹੋ ਕੇ ਬੈਂਕਸ ਕੋਲ ਆਊਗੀ। ਫਿਰ ਇਹਦਾ ਬੇਟਾ 10% 81 ਬੈਂਕਸ ਕੋਲ ਰੱਖਣਗੀਆਂ ਤੇ 729 ਦਾ ਜਿਹੜਾ ਲੋਨ ਦਿੱਤਾ ਜਾਊਗਾ। ਦਿਸ ਪ੍ਰੋਸੈਸ ਵਿਲ ਕੰਟੀਨਿਊ ਟਿਲ ਇੱਥੇ ਡਿਪੋਜ਼ਿਟ 10,000 ਨਾ ਆ ਜਾਣ ਉਦੋਂ ਤੱਕ ਇਹ ਪ੍ਰੋਸੈਸ ਚੱਲਦਾ ਰਹੂਗਾ। 10,000 ਦਾ 10% 1,000 9,000 ਲੋਨ ਦਿੱਤਾ ਜਾਊਗਾ। ਨਾਓ ਕੁਐਸਚਨ ਅਰਾਈਜ਼ ਵਾਈ ਆਈ ਹੈਵ ਰਿਟਨ 10,000 ਹੇਅਰ। 10,000 ਕਿੱਥੋਂ ਆਇਆ ਬੇਟਾ? ਪਹਿਲਾਂ ਆਪਾਂ ਇੱਕ ਇਹਦਾ ਫਾਰਮੂਲਾ ਕਰਾਂਗੇ ਟੋਟਲ ਡਿਪੋਜ਼ਿਟਸ ਦਾ। ਟੋਟਲ ਡਿਪੋਜ਼ਿਟਸ ਦਾ ਫਾਰਮੂਲਾ ਕੀ ਹੈ ਬੇਟਾ ਜੀ? ਮਨੀ ਮਲਟੀਪਲਾਇਰ ਇਨਟੂ ਇਨੀਸ਼ੀਅਲ ਕੈਸ਼ ਰਿਜ਼ਰਵ। ਟੋਟਲ ਡਿਮਾਂਡ ਡਿਪੋਜ਼ਿਟ ਕਿੰਨੇ ਬਣਨਗੇ? ਮਨੀ ਮਲਟੀਪਲਾਇਰ ਇਜ਼ ਇਕੁਅਲ ਟੂ ਵਾਟ 1 CRR ਕੈਸ਼ ਰਿਜ਼ਰਵ ਰੇਸ਼ੋ। ਇਹਨਾਂ ਦੋਨੋਂ ਬੇਟਾ ਇਨਵਰਸਲੀ ਰਿਲੇਟਡ ਨੇ। ਇਨੀਸ਼ੀਅਲ ਡਿਪੋਜ਼ਿਟ ਸਾਡੇ 1000 ਸੀ, CRR ਦੀ ਵੈਲਿਊ ਆਪਾਂ 10% ਭਰੀ, ਉਹਨੂੰ ਸੋਲਵ ਕਰਕੇ 10,000 ਆਇਆ। ਦੈਟਸ ਵਾਈ ਆਈ ਹੈਵ ਰਿਟਨ 10,000 ਹੇਅਰ। ਠੀਕ ਹੈ ਜੀ। 10,000 ਦਾ 10% 1,000 ਇੱਥੇ ਲਿਖਾਂਗੇ। ਆ ਦੋਨਾਂ ਦਾ ਡਿਫਰੈਂਸ ਆਪਾਂ ਹਰ ਵਾਰ ਇੱਥੇ ਲਿਖਿਆ। ਠੀਕ, ਆ ਫਾਰਮੂਲਾ ਸਮਝਣ ਵਾਲਾ ਆ ਬੇਟਾ। ਜਿਹੜਾ CRR ਆ ਉਹਦਾ ਮਨੀ ਮਲਟੀਪਲਾਇਰ ਦੇ ਨਾਲ ਨੈਗੇਟਿਵ ਰਿਲੇਸ਼ਨਸ਼ਿਪ ਆ। ਜਿੰਨਾ CRR ਆਪਾਂ ਘੱਟ ਰੱਖਾਂਗੇ ਕੈਸ਼ ਰਿਜ਼ਰਵ, ਥੋੜਾ ਰੱਖਾਂਗੇ, ਬੈਂਕਸ ਆਪਣੇ ਕੋਲ ਘੱਟ ਰੱਖਣਗੀਆਂ, ਮੀਨਸ ਲੋਕਾਂ ਨੂੰ ਜ਼ਿਆਦਾ ਲੋਨ ਦੇ ਰਹੀਆਂ ਨੇ, ਉਹਨਾਂ ਦੀ ਕ੍ਰੈਡਿਟ ਕਰਨ ਦੀ ਕੈਪੈਸਿਟੀ ਜ਼ਿਆਦਾ ਆ। ਜਿੰਨਾ CRR ਘੱਟ ਰੱਖਾਂਗੇ ਬੇਟਾ ਮਨੀ ਮਲਟੀਪਲਾਇਰ ਉਨਾ ਹੀ ਜ਼ਿਆਦਾ ਹੋਊਗਾ। ਦੇਖੋ ਹਾਇਰ ਦਾ CRR ਲੋਅਰ ਦਾ ਕੈਪੈਸਿਟੀ ਟੂ ਕ੍ਰੀਏਟ ਕ੍ਰੈਡਿਟ। ਜਿੰਨਾ ਇਹਨੂੰ ਜ਼ਿਆਦਾ ਰੱਖਾਂਗੇ ਉਨੀ ਹੀ ਬੈਂਕਾਂ ਦੀ ਲੋਨ ਦੇਣ ਦੀ ਕੈਪੈਸਿਟੀ ਘਟੇਗੀ। ਠੀਕ ਹੈ ਜੀ। ਹਾਇਰ ਦਾ ਕੈਸ਼ ਬੈਲੈਂਸ ਗ੍ਰੇਟਰ ਦਾ ਮਨੀ ਕ੍ਰੀਏਸ਼ਨ ਕੈਪੈਸਿਟੀ ਆਫ ਦ ਬੈਂਕਸ। ਮੀਨਸ ਬੇਟਾ ਜੋ 1000 ਜਮ੍ਹਾਂ ਹੁੰਦਾ ਆ, ਜੇ ਬੈਂਕ ਉਹਦੇ ਵਿੱਚੋਂ ਘੱਟ ਕੋਲ ਰੱਖੂਗੀ ਤਾਂ ਆਹ ਕੈਸ਼ ਬੈਲੈਂਸ ਆ ਇਹ ਉਨਾ ਹੀ ਜ਼ਿਆਦਾ ਹੋਊਗਾ, ਬੈਂਕ ਉਨਾ ਹੀ ਲੋਨ ਜ਼ਿਆਦਾ ਜਨਰੇਟ ਕਰ ਸਕਣਗੇ। ਠੀਕ ਹੈ ਜੀ। ਦਿਸ ਇਜ਼ ਹਾਊ commercial banks create credit in the economy and becomes the very important part of money supply. Is it okay beta? Thank you very much.